ਸਿਸਟਰ ਕੀ ਨਾਮ ਹੈ ਤੁਹਾਡਾ? ਸ਼ਰਨਜੀਤ ਕੌਰ। ਔਰ ਕਿੱਥੋਂ ਆਏ ਹੋ ਤੁਸੀਂ? ਕੰਮੋ ਕੀ ਬੁਤਾਲਾ। ਔਰ ਸਿਸਟਰ ਤੁਸੀਂ ਆਪਣੀ ਗਵਾਹੀ ਦੇ ਵਿੱਚ ਦੱਸ ਰਹੇ ਹੋ ਕਿ 2016 ਦੇ ਵਿੱਚ ਜਦੋਂ ਤੁਹਾਡੀ +2 ਦੀ ਸਟੱਡੀ ਕੰਪਲੀਟ ਹੋਈ ਤਾਂ ਉਸ ਤੋਂ ਬਾਅਦ ਤੁਹਾਨੂੰ ਸਟੱਡੀ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਹਾਂਜੀ ਸਿਸਟਰ ਤੁਸੀਂ ਦੱਸੋ ਕਿ ਕੀ ਗਵਾਹੀ ਹੈ, ਖੋਲ੍ਹ ਕੇ ਦੱਸੋ ਆਪਣੀ ਗਵਾਹੀ ਨੂੰ। ਹਾਂਜੀ, ਜਦੋਂ ਮੇਰੀ ਸਟੱਡੀ ਪੂਰੀ ਨਹੀਂ ਹੋ ਸਕੀ ਤਾਂ ਮੈਂ ਡਿਪਰੈਸ਼ਨ ਦੇ ਵਿੱਚ ਚਲ ਗਈ ਸੀ ਔਰ ਮੈਨੂੰ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਅਤੇ ਘਰ ਦੇ ਵੀ ਪਰੇਸ਼ਾਨ ਹੋਏ ਕਿ ਮੈਂ ਖਾਣਾ ਪੀਣਾ ਛੱਡ ਦਿੱਤਾ ਸੀ। ਮੈਂ ਕਿਹਾ ਕਿ ਮੈਂ ਪੜ੍ਹਨਾ ਸੀ, ਮੈਂ ਕੁਛ ਬਣਨਾ ਵਾ। ਤੋ +2 ਤੋਂ ਬਾਅਦ ਮੈਂ BA ਵਿੱਚ ਪੜ੍ਹਨ ਲੱਗੀ ਤੋ ਸ਼ੈਤਾਨੀ ਅਟੈਕ ਨੇ ਕੰਮ ਕੀਤਾ ਬ੍ਰਦਰ ਦੁਆਰਾ ਔਰ ਬ੍ਰਦਰ ਮੇਰੇ ਫੋਰਨ ਵਿੱਚ ਨੇ ਔਰ ਕਹਿੰਦੇ ਨੇ ਕਿ ਤੂੰ ਪੜ੍ਹਾਈ ਨਹੀਂ ਕਰਨੀ ਕਾਲਜ ਦੇ ਵਿੱਚ ਜਾ ਕੇ, ਤੂੰ ਕਰਨੀ ਹੈ ਅਤੇ ਘਰ ਵਿੱਚ ਹੀ ਕਰ। ਲੇਕਿਨ ਮੈਂ ਬੋਲਿਆ ਕਿ ਕਾਲਜ ਦੀ ਪੜ੍ਹਾਈ ਟਫ ਹੁੰਦੀ ਆ, ਉਹ ਘਰ ਵਿੱਚ ਨਹੀਂ ਹੋ ਸਕਦੀ, ਉਹ ਮੈਂ ਕਾਲਜ ਹੀ ਜਾ ਕੇ ਕਰਾਂਗੀ ਔਰ ਨਹੀਂ ਮੰਨੇ। ਔਰ ਮੰਮੀ ਡੈਡੀ ਵੀ ਡਿਪਰੈਸ਼ਨ 'ਚ ਹੋ ਗਏ ਕਿ ਮੁੰਡੇ ਦਾ ਸਾਥ ਦਈਏ ਜਾਂ ਕੁੜੀ ਦਾ ਦਈਏ, ਕੀ ਕਰੀਏ। ਔਰ ਇੱਦਾਂ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਹੋ ਗਈ। ਮੈਂ ਚਿੜਦੀ ਹੀ ਬਹੁਤ, ਕਿਸੇ ਨੂੰ ਪਸੰਦ ਨਹੀਂ ਕਰਦੀ, ਗੱਲਬਾਤ ਨਹੀਂ ਕਿਸੇ ਨਾਲ ਕਰਦੀ। ਔਰ ਫਿਰ ਮੰਮੀ ਡੈਡੀ ਕਹਿੰਦੇ ਕਿ ਚਲੋ ਇੱਦਾਂ ਕਰਦੇ ਹਾਂ ਕਿ ਤੇਰੀ ਮੈਰਿਜ ਹੀ ਉਸ ਘਰ ਕਰਾਂਗੇ ਕਿ ਜਿੱਥੇ ਤੈਨੂੰ ਪੜ੍ਹਾ ਲੈਣਗੇ ਔਰ ਤੈਨੂੰ ਤੇਰੇ ਸ਼ੌਂਕ ਪੂਰੇ ਕਰਵਾ ਲੈਣਗੇ। ਤੋ ਸੋ ਉਹਨਾਂ ਨੇ ਸੋਚਿਆ ਕਿ ਚਲੋ ਤੇਰੀ ਮੈਰਿਜ ਕਰਵਾ ਦਿੰਦੇ ਹਾਂ। ਤਾਂ ਮੈਂ ਬੋਲਿਆ ਕਿ ਠੀਕ ਹੈ, ਜਿੱਦਾਂ ਹੋ ਸਕਦਾ ਤਾਂ ਇੱਦਾਂ ਕਰ ਦਿਓ। ਤੋ ਜਦੋਂ ਮੇਰੀ ਮੈਰਿਜ ਹੋਈ ਅਤੇ ਮੈਰਿਜ ਜਿੱਥੇ ਹੋਈ ਮੇਰੇ ਹਸਬੈਂਡ ਕਹਿੰਦੇ ਕਿ ਤੈਨੂੰ ਪੜ੍ਹਾਵਾਂਗੇ। ਤੋ ਮੈਂ ਕਿਹਾ ਕਿ ਠੀਕ ਆ। ਤੋ ਚਲੋ ਮੈਰਿਜ ਹੋਈ ਅਤੇ ਮੈਰਿਜ ਤੋਂ ਬਾਅਦ ਜਦੋਂ ਮੈਂ ਮੈਰਿਜ ਦੇ ਕਰਕੇ ਸਹੁਰੇ ਪਰਿਵਾਰ ਵਿੱਚ ਗਈ, ਕਾਲਜ ਤੋਂ ਫੋਨ ਆਉਣ ਲੱਗੇ, ਕਾਲ ਆਉਣ ਲੱਗੀ ਕਿ ਬੇਟਾ ਤੁਸੀਂ ਆ ਜਾਓ ਕਾਲਜ ਦੇ ਵਿੱਚ, ਆਪਣੀ ਸਟੱਡੀ ਪੂਰੀ ਕਰੋ। ਲੇਕਿਨ ਮੇਰੇ ਘਰਦਿਆਂ ਨੇ, ਸਹੁਰੇ ਪਰਿਵਾਰ ਨੇ ਫਿਰ ਸਾਫ਼ ਮਨਾ ਕਰ ਦਿੱਤਾ। ਉਹ ਬਿਲਕੁਲ ਮੁੱਕਰ ਗਏ ਕਿ ਅਸੀਂ ਤੁਹਾਨੂੰ ਬੋਲਿਆ ਸੀ ਕਿ ਪੜ੍ਹਾਈ ਤੁਸੀਂ ਕਰੋਗੇ। ਅਤੇ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਵਿੱਚ ਚਲੀ ਗਈ ਔਰ ਮੇਰਾ ਦਿਲ ਕਰਦਾ ਸੀ ਕਿ ਮੈਂ ਸੁਸਾਈਡ ਕਰ ਲਾਂ। ਮੈਂ ਹੈਵੀ ਡੋਜ਼ ਲੈਂਦੀ ਸੀ, ਮੈਂ ਕੰਧਾਂ ਦੇ ਨਾਲ ਸਿਰ ਮਾਰਦੀ ਸੀ, ਬਹੁਤ ਜ਼ਿਆਦਾ ਲੜਦੀ ਸੀ। ਕਦੇ ਕਦੇ ਦਿਲ ਕਰਦਾ ਸੀ ਕਿ ਮੈਂ ਖੁਦ ਨੂੰ ਖ਼ਤਮ ਕਰਦਾ ਜਾਂ ਫਾਹ ਵਗੈਰਾ ਲੈ ਲਾਂ। ਇੱਦਾਂ ਬਹੁਤ ਮਨ ਦੇ ਵਿੱਚ ਡਿਪਰੈਸ਼ਨ ਹੀ ਰਹਿੰਦਾ ਸੀ ਔਰ ਮੈਂ ਦਿਨ ਬ ਦਿਨ ਮੇਰੀ ਜ਼ਿੰਦਗੀ ਖ਼ਰਾਬ ਹੁੰਦੀ ਗਈ ਔਰ ਉਸ ਤੋਂ ਬਾਅਦ ਫਿਰ ਔਰ ਤੁਸੀਂ ਦੱਸ ਰਹੇ ਹੋ ਕਿ ਤੁਹਾਨੂੰ ਸੁਪਨਿਆਂ ਦੇ ਵਿੱਚ ਵੀ ਦੁਸ਼ਟ ਆਤਮਾ ਅਟੈਕ ਕਰਦਾ ਹੁੰਦਾ ਸੀ। ਹਾਂਜੀ ਹਾਂਜੀ, ਬਹੁਤ ਕਰਦਾ। ਸਿਸਟਰ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਦੇ ਤੁਹਾਨੂੰ ਸੁਪਨੇ ਆਉਂਦੇ ਹੁੰਦੇ ਸੀ? ਸੁਪਨੇ ਹਾਂਜੀ ਮੈਨੂੰ ਇੱਦਾਂ ਹੀ ਆਉਂਦੇ, ਦੁਸ਼ਟ ਆਤਮਾ ਦੇ ਹੀ। ਜਿਵੇਂ ਮੈਨੂੰ ਇਵੇਂ ਲੱਗਦਾ ਹੈ ਕਿ ਜਿਵੇਂ ਕਿ ਮਤਲਬ ਮਰੇ ਲੋਕ ਮੇਰੇ ਸੁਪਨੇ ਦੇ ਵਿੱਚ ਆਉਂਦੇ ਸੀ, ਕਾਲੇ ਕੱਪੜਿਆਂ ਵਾਲੇ ਹੀ ਨਜ਼ਰ ਆਉਂਦੇ ਕਿ ਜਿਵੇਂ ਕੋਈ ਕਾਲੇ ਕੱਪੜੇ ਪਹਿਨ ਕੇ ਮੇਰੇ ਲਾਗੇ ਆ ਔਰ ਮੈਨੂੰ ਕਹਿ ਰਿਹਾ ਕਿ ਤੂੰ ਮਰ ਜਾ, ਹੁਣ ਤੇ ਤੇਰੀ ਜ਼ਿੰਦਗੀ 'ਚ ਕੁਛ ਨਹੀਂ ਰਹਿ ਗਿਆ ਅਤੇ ਤੂੰ ਸ਼ਾਦੀ ਵੀ ਤੇਰੀ ਜਲਦੀ ਹੋ ਗਈ ਆ, ਪੜ੍ਹਾਈ ਵੀ ਤੇਰੀ ਪੂਰੀ ਨਹੀਂ ਹੋ ਸਕੀ, ਤੂੰ ਮਰ ਜਾ। ਔਰ ਮੇਰੇ ਇਹੀ ਮਨ 'ਚ ਆਉਂਦਾ ਹੈ ਕਿ ਹੁਣ ਕੁਛ ਨਹੀਂ ਰਹਿ ਗਿਆ ਅਤੇ ਮੈਂ ਮਰ ਹੀ ਜਾਣਾ ਵਾ, ਬਸ ਮੈਂ ਮਰਨਾ ਹੀ ਚਾਹੁੰਦੀ ਹਾਂ। ਇੱਦਾਂ ਮੇਰੀ ਜ਼ਿੰਦਗੀ ਬਹੁਤ ਜ਼ਿਆਦਾ ਖ਼ਰਾਬ ਹੋ ਗਈ। ਔਰ ਤੁਸੀਂ ਦੱਸ ਰਹੇ ਹੋ ਕਿ ਇਸ ਵਜ੍ਹਾ ਕਰਕੇ ਤੁਹਾਡੇ ਘਰ ਦੇ ਵਿੱਚ ਵੀ ਲੜਾਈ ਝਗੜਾ ਰਹਿੰਦਾ ਹੁੰਦਾ ਸੀ? ਹਾਂਜੀ, ਬਹੁਤ ਜ਼ਿਆਦਾ। ਮੇਰੀ ਸਹੁਰੇ ਪਰਿਵਾਰ ਵਿੱਚ ਨਹੀਂ ਸੀ ਬਣਦੀ ਕਿਉਂਕਿ ਮੈਂ ਇੱਕੋ ਹੀ ਗੱਲ ਉਹਨਾਂ ਨਾਲ ਕਰਦੀ ਹੁੰਦੀ ਸੀ ਕਿ ਤੁਸੀਂ ਮੈਨੂੰ ਬੋਲਿਆ ਸੀ ਪੜ੍ਹਾਉਣ ਲਈ ਔਰ ਪੜ੍ਹਾਓ, ਹੁਣ ਮੈਨੂੰ ਪੜ੍ਹਾਓ, ਤੁਸੀਂ ਕਿਉਂ ਨਹੀਂ ਪੜ੍ਹਾਉਂਦੇ। ਔਰ ਕਹਿੰਦੇ ਕਿ ਇਹ ਕੰਮ ਸਾਡੇ ਘਰ ਨਹੀਂ ਚੱਲਦੇ, ਅਸੀਂ ਨਹੀਂ ਕਰਵਾਵਾਂਗੇ ਔਰ ਮੇਰੀ ਕਦੀ ਨਹੀਂ ਉਹਨਾਂ ਦੇ ਨਾਲ ਬਣੀ। ਔਰ ਤੁਸੀਂ ਦੱਸ ਰਹੇ ਹੋ ਕਿ ਇਸ ਵਜ੍ਹਾ ਕਰਕੇ ਤੁਹਾਡੀ ਗੱਲ ਡਿਵੋਰਸ ਤੱਕ ਵੀ ਪਹੁੰਚ ਗਈ ਸੀ? ਹਾਂਜੀ, ਮੈਂ ਆਪਣੇ ਪੇਕਿਆਂ ਘਰ ਚਲੀ ਜਾਂਦੀ ਸੀ ਔਰ ਫਿਰ ਮੈਂ ਇਹੀ ਕਹਿੰਦੀ ਕਿ ਮੈਂ ਵਾਪਸ ਨਹੀਂ ਆਉਣਾ। 2-2 2.5 ਮਹੀਨੇ ਮੈਂ ਵਾਪਸ ਨਹੀਂ ਆਉਣੀ। ਮੈਂ ਕਹਿੰਦੀ ਸੀ ਮੈਨੂੰ ਡਿਵੋਰਸ ਚਾਹੀਦਾ, ਮੈਨੂੰ ਦੇ ਦਿਓ, ਬਸ ਮੈਂ ਡਿਵੋਰਸ ਹੀ ਲੈਣਾ ਵਾ। ਔਰ ਸਿਸਟਰ ਤੁਸੀਂ ਦੱਸੋ ਕਿ ਜਦੋਂ ਤੁਸੀਂ ਪ੍ਰੈਗਨੈਂਟ ਹੋਏ ਤਾਂ ਉਸ ਟਾਈਮ ਵੀ ਤੁਸੀਂ ਦੱਸ ਰਹੇ ਹੋ ਕਿ ਡਿਪਰੈਸ਼ਨ ਦੇ ਅਟੈਕ ਹੋਰ ਵੀ ਜ਼ਿਆਦਾ ਵੱਧ ਚੁੱਕੇ ਸੀ? ਹਾਂਜੀ, ਇੰਨੇ ਜ਼ਿਆਦਾ ਅਟੈਕ ਵੱਧ ਚੁੱਕੇ ਕਿ ਬੇਟੀ ਹੋਣ ਵਾਲੀ ਸੀ ਤਾਂ ਮੈਂ ਫਿਰ ਪੇਕਿਆਂ ਘਰ ਚਲੀ ਗਈ ਔਰ ਫਿਰ 5 ਮਹੀਨੇ ਬੇਟੀ ਹੋਣ ਦੇ ਬਾਵਜੂਦ ਵੀ ਮੈਂ ਉੱਥੇ ਰਹੀ। ਅਤੇ ਕੀ ਹੋਇਆ ਕਿ ਬੇਟੀ ਮੇਰੀ ਡਿਪਰੈਸ਼ਨ 'ਚ ਹੋਈ, ਉਹ ਵਧੀ ਫੁੱਲੀ ਨਹੀਂ ਪੇਟ ਦੇ ਵਿੱਚ ਬਿਲਕੁਲ ਵੀ, ਕਿ ਡਿਪਰੈਸ਼ਨ ਮੇਰੇ 'ਤੇ ਬਹੁਤ ਜ਼ਿਆਦਾ ਸੀ। ਔਰ ਫਿਰ ਇੱਦਾਂ ਹੀ ਮੇਰੇ ਸਹੁਰੇ ਪਰਿਵਾਰ ਫਿਰ ਪੰਚਾਇਤ ਦੁਆਰਾ ਮੈਨੂੰ ਲੈ ਕੇ ਆਏ ਘਰ ਦੇ ਵਿੱਚ। ਔਰ ਤੁਸੀਂ ਦੱਸ ਰਹੇ ਹੋ ਕਿ ਤੁਹਾਡੀ ਫੈਮਿਲੀ ਵਾਲੇ ਤੁਹਾਨੂੰ ਪਾਗਲ ਕਹਿਣਾ ਸ਼ੁਰੂ ਕਰ ਦਿੱਤਾ ਸੀ? ਹਾਂਜੀ, ਬੇਟੀ ਹੋਣ ਤੋਂ ਬਾਅਦ ਮੈਨੂੰ ਬਹੁਤ ਕੁੱਟਦੀ ਸੀ, ਛੋਟੀ ਹੀ, ਲੇਕਿਨ ਮੈਨੂੰ ਸਮਝ ਨਹੀਂ ਮੈਨੂੰ ਕੀ ਹੁੰਦਾ ਸੀ, ਲੇਕਿਨ ਮੈਂ ਬਹੁਤ ਜ਼ਿਆਦਾ ਹੀ ਕੁੱਟਦੀ ਸੀ ਉਹਨੂੰ। ਔਰ ਘਰ ਦੇ ਕਹਿੰਦੇ ਕਿ ਇਹ ਪਾਗਲ ਹੋ ਗਈ ਹੈ, ਸ਼ਾਇਦ ਇਹ ਪਾਗਲ ਹੀ ਆ। ਔਰ ਸਿਸਟਰ ਤੁਸੀਂ ਦੱਸ ਰਹੇ ਹੋ ਕਿ ਪੂਰੀ ਤਰ੍ਹਾਂ ਤੁਹਾਡੀ ਲਾਈਫ ਜੋ ਸੀ ਉਹ ਖਰਾਬ ਹੋ ਚੁੱਕੀ ਸੀ? ਹਾਂਜੀ, ਬਿਲਕੁਲ ਡਿਸਟਰਬ ਹੋ ਗਈ ਸੀ। ਔਰ ਸਿਸਟਰ ਤੁਸੀਂ ਦੱਸੋ ਕਿ ਫਿਰ ਕਿਸ ਤਰ੍ਹਾਂ ਤੁਹਾਨੂੰ ਪਰਮੇਸ਼ਰ ਬਾਰੇ ਪਤਾ ਚੱਲਿਆ ਔਰ ਤੁਸੀਂ ਹੀਲ ਹੋਏ? ਹਾਂਜੀ, ਮੈਨੂੰ 2018 ਦੇ ਵਿੱਚ ਪਤਾ ਚੱਲਿਆ ਔਰ ਮੇਰੀ ਦੀਦੀ ਦੇ ਦੁਆਰਾ ਮੈਨੂੰ YouTube 'ਤੇ ਦਿਖਾਉਂਦੇ ਹੁੰਦੇ ਸੀ ਮੀਟਿੰਗਾਂ ਔਰ ਮੈਂ ਫਿਰ ਇਸ ਭਵਨ ਦੇ ਨਾਲ ਜੁੜੀ
ਔਰ ਭਵਨ ਦੇ ਵਿੱਚ ਆਉਣਾ ਸ਼ੁਰੂ ਕੀਤਾ ਔਰ ਪਹਿਲੇ ਦਿਨ ਹੀ ਆ ਕੇ ਮੇਰੇ ਉੱਤੇ ਦੁਸ਼ਟ ਆਤਮਾ ਜ਼ਾਹਿਰ ਹੋਈਆਂ। ਮੈਂ ਬਹੁਤ ਰੋਈ, ਚੀਕੀ ਚਲਾਈ ਔਰ ਪਾਪਾ ਜੀ ਦੇ ਦੁਆਰਾ, ਪ੍ਰੋਫਿਟ ਜਗਜੀਤ ਜੀ ਦੇ ਦੁਆਰਾ ਮੈਂ ਫ੍ਰੀ ਹੋਈ। ਔਰ ਤੁਸੀਂ ਦੱਸਿਓ ਕਿ ਜਦੋਂ ਤੁਹਾਡੇ ਉੱਪਰ ਦੁਸ਼ਟ ਆਤਮਾ ਜ਼ਾਹਿਰ ਹੋਇਆ ਤਾਂ ਪਰਮੇਸ਼ਰ ਦੇ ਦਾਸ ਦੇ ਦੁਆਰਾ ਤੁਹਾਡੇ ਉੱਪਰ ਲੇ ਹੈਂਡ ਪ੍ਰਾਰਥਨਾ ਹੋਈ ਸੀ। ਹਾਂਜੀ, ਮੇਰੇ ਉੱਪਰ ਲੇ ਹੈਂਡ ਪ੍ਰਾਰਥਨਾ ਹੋਈ। ਔਰ ਤੁਸੀਂ ਦੱਸਿਓ ਕਿ ਉਸ ਦਿਨ ਤੋਂ ਬਾਅਦ ਤੁਹਾਡੀ ਜਿਹੜੀ ਲਾਈਫ ਆ ਉਹ ਚੇਂਜ ਹੋਣੀ ਸ਼ੁਰੂ ਹੋ ਗਈ। ਹਾਂਜੀ, ਬਿਲਕੁਲ ਚੇਂਜ ਹੋਣੀ ਸ਼ੁਰੂ ਸਿਸਟਰ ਹੋਈ। ਤੁਸੀਂ ਦੱਸੋ ਕਿ ਫਿਰ ਕਿਸ ਤਰ੍ਹਾਂ ਤੁਹਾਡੀ ਲਾਈਫ ਚੇਂਜ ਹੋਈ? ਹਾਂਜੀ, ਜਿਵੇਂ ਕਿ ਮੈਨੂੰ ਕੋਈ ਪਸੰਦ ਨਹੀਂ ਸੀ ਕਰਦਾ ਔਰ ਨਾ ਹੀ ਮੈਂ ਕਿਸੇ ਨੂੰ ਕਰਦੀ ਸੀ, ਕਿਉਂਕਿ ਮੈਂ ਡਿਪਰੈਸ਼ਨ 'ਚ ਹੀ। ਉਦੋਂ ਮੈਂ ਸੁਧਾਰ ਹੋਇਆ, ਮੈਂ ਸਹੁਰੇ ਪਰਿਵਾਰ 'ਚ ਬਿਲਕੁਲ ਰਹਿੰਦੀ ਨਹੀਂ ਸੀ। ਉਸ ਤੋਂ ਬਾਅਦ ਜਦੋਂ ਮੈਂ ਭਵਨ ਦੇ ਨਾਲ ਜੁੜੀ, ਮੈਂ ਰਹਿਣਾ ਸ਼ੁਰੂ ਕੀਤਾ ਔਰ ਮੇਰੇ ਲਾਈਫ 'ਚ ਰਿਕਵਰੀ ਹੋਣੀ ਸ਼ੁਰੂ ਹੋਈ। ਤੋ ਮੇਰੇ ਹਸਬੈਂਡ ਵੀ ਮੇਰੇ ਨਾਲ ਥੋੜ੍ਹਾ ਥੋੜ੍ਹਾ ਠੀਕ ਹੋਣ ਲੱਗੇ। ਫਿਰ ਇਵੇਂ ਚੱਲਦਾ ਰਿਹਾ। ਫਿਰ ਮੈਂ ਗਵਾਹੀ ਨਹੀਂ ਦਿੱਤੀ ਕਿ ਮੈਂ ਜਦ ਵੀ ਮਨ ਬਣਾਉਂਦੀ ਸੀ ਮੈਨੂੰ ਬਹੁਤ ਡਰ ਲੱਗਦਾ ਸੀ। ਮੇਰੇ ਮਨ 'ਚ ਪਤਾ ਨਹੀਂ ਕੁਛ ਖਿਆਲ ਆਉਂਦੇ ਸੀ, ਘਬਰਾਹਟ ਹੁੰਦੀ ਸੀ, ਮੈਂ ਦਿੰਦੀ ਨਹੀਂ। ਅਤੇ ਗਵਾਹੀ ਦੇਣ ਦੇ ਨਾ ਕਾਰਨ ਮੇਰੇ ਫਿਰ ਅਟੈਕ ਵਧਣੇ ਸ਼ੁਰੂ ਹੋਏ, ਫਿਰ ਬਹੁਤ ਲੜਾਈ ਝਗੜੇ ਸ਼ੁਰੂ ਹੋਏ ਔਰ ਇਸ ਵਜ੍ਹਾ ਕਰਕੇ ਤੁਹਾਡੀ ਬਾਡੀ ਤੇ ਵੀ ਇਫੈਕਟ ਪੈਣਾ ਸ਼ੁਰੂ ਹੋ ਚੁੱਕਾ ਸੀ। ਹਾਂਜੀ ਹਾਂਜੀ। ਔਰ ਤੁਸੀਂ ਦੱਸਿਓ ਕਿ ਤੁਹਾਡਾ ਬੀਪੀ ਬਹੁਤ ਜ਼ਿਆਦਾ ਘਟਣਾ ਸ਼ੁਰੂ ਹੋ ਗਿਆ। ਹਾਂਜੀ, ਬਹੁਤ ਜ਼ਿਆਦਾ, ਕਿ ਮੈਡੀਸਨ ਨਹੀਂ ਲੈਣੀ ਅਤੇ ਹਰ ਰੋਜ਼ ਡਿੱਗੀ ਰਹਿਣੀ, ਕੰਮ ਨਹੀਂ ਹੁੰਦਾ ਬਿਲਕੁਲ। ਮੇਰੇ ਕਜ਼ਨ ਸਹੁਰੇ ਪਰਿਵਾਰ 'ਚੋਂ ਚਾਚਾ ਜੀ ਦੇ ਬੇਟੇ ਡਾਕਟਰ ਆ ਅਤੇ ਹਰ ਰੋਜ਼ ਮੈਂ ਉਹਨਾਂ ਕੋਲ ਮੈਡੀਸਨ ਲੈਣ ਜਾਣੀ ਬੀਪੀ ਦੀ। ਅਤੇ ਇੱਕ ਦਿਨ ਮੈਨੂੰ ਕਹਿੰਦੇ ਕਿ ਤੁਸੀਂ ਤੇ ਭਾਬੀ ਜੀ ਕਹਿੰਦੇ ਆ ਕਿ ਤੁਹਾਡੇ ਪ੍ਰਭੂ ਚੰਗਾ ਕਰ ਦਿੰਦੇ ਆ, ਵਧੀਆ ਕਰ ਦਿੰਦੇ, ਅਤੇ ਤੁਸੀਂ ਮੇਰੇ ਕੋਲ ਦਵਾਈ ਲੈਂਦੇ ਰਹਿੰਦੇ ਆ। ਅਤੇ ਮੈਂ ਹੱਸ ਕੇ ਕਿਹਾ ਕਿ ਕੋਈ ਨਹੀਂ, ਇਹ ਜਿੱਦਣ ਪਰਮੇਸ਼ਰ ਦੀ ਯੋਜਨਾ ਹੋਈ ਤੂੰ ਵੀ ਦੇਖੇਂਗਾ। ਦੱਸੋ, ਮੈਂ ਬਿਲਕੁਲ ਚੰਗੀ ਹਾਂ। 3 ਮਹੀਨਿਆਂ ਤੋਂ ਮੈਂ ਮੈਡੀਸਨ। ਔਰ ਤੁਸੀਂ ਦੱਸਿਓ ਆਪਣੀ ਗਵਾਹੀ ਦੇ ਵਿੱਚ ਕਿ ਜਦੋਂ ਨਵੇਂ ਭਵਨ ਦੇ ਵਿੱਚ ਐਂਟਰੀ ਹੋਣੀ ਸੀ ਤਾਂ ਜਿਵੇਂ ਹੀ ਪਰਮੇਸ਼ਰ ਦੇ ਦਾਸ ਦੇ ਵੱਲੋਂ ਇਹ ਪ੍ਰੋਫੈਸੀ ਕੀਤੀ ਜਾਂਦੀ ਸੀ ਕਿ ਜਦੋਂ ਤੁਸੀਂ ਨਵੇਂ ਭਵਨ ਦੇ ਵਿੱਚ ਜਾਓਗੇ ਤਾਂ ਨਵੀਂ ਗ੍ਰੇਸ ਤੁਹਾਡੀ ਲਾਈਫ ਦੇ ਵਿੱਚ ਐਂਟਰ ਹੋਏਗੀ। ਹਾਂਜੀ, ਬਿਲਕੁਲ। ਔਰ ਸਿਸਟਰ ਤੁਸੀਂ ਦੱਸੋ ਕਿ ਉਸ ਤੋਂ ਬਾਅਦ ਜਦੋਂ ਤੁਸੀਂ ਇਸ ਭਵਨ ਦੇ ਵਿੱਚ ਐਂਟਰ ਹੋਏ, ਕਿਸ ਤਰ੍ਹਾਂ ਤੁਹਾਡੀ ਲਾਈਫ ਦੇ ਵਿੱਚ ਪਰਮੇਸ਼ਰ ਨੇ ਕੰਮ ਕੀਤਾ? ਹਾਂਜੀ, ਮੇਰੀ ਲਾਈਫ ਬਿਲਕੁਲ ਚੇਂਜ ਹੋ ਗਈ। ਬਿਲਕੁਲ ਮੈਂ ਪ੍ਰਭੂ ਨੂੰ ਬਿਲਕੁਲ ਜਾਣ ਲਿਆ ਔਰ ਮੈਨੂੰ ਪਤਾ ਲੱਗਾ ਕਿ ਪਰਮੇਸ਼ਰ ਸਾਨੂੰ ਚੰਗਾ ਕਰਦਾ ਵਾ, ਸਾਨੂੰ ਆਜ਼ਾਦ ਕਰਦਾ ਵਾ। ਮੇਰੀ ਲਾਈਫ ਬਿਲਕੁਲ ਬਦਲ ਚੁੱਕੀ ਆ। ਔਰ ਇਸ ਭਵਨ ਦੇ ਵਿੱਚ ਆ ਕੇ ਤੁਸੀਂ ਸੇਵਾ ਲੈਣੀ ਸ਼ੁਰੂ ਕੀਤੀ। ਹਾਂਜੀ ਹਾਂਜੀ। ਔਰ ਤੁਸੀਂ ਦੱਸਿਓ ਕਿ ਜੋ ਪ੍ਰਾਰਥਨਾ ਤੁਹਾਡੀ ਪਹਿਲਾਂ ਨਹੀਂ ਸੀ ਉਸ ਦੇ ਵਿੱਚ ਵੀ ਤੁਸੀਂ ਵਧੇ। ਹਾਂਜੀ, ਮੈਂ ਪ੍ਰਾਰਥਨਾ 'ਚ ਵੀ ਬਹੁਤ ਵਧੀ। ਔਰ ਉਸ ਤੋਂ ਬਾਅਦ ਸਿਸਟਰ ਤੁਸੀਂ ਦੱਸੋ ਕਿ ਫਿਰ ਕਿਸ ਤਰ੍ਹਾਂ ਦੁਬਾਰਾ ਤੁਹਾਡੀ ਡਿਲੀਵਰੈਂਸ ਹੋਈ? ਹਾਂਜੀ, ਜਦੋਂ ਮੈਂ ਪ੍ਰਾਰਥਨਾ ਵਿੱਚ ਬਣੀ ਰਹੀ, ਆਉਂਦੀ ਰਹੀ ਔਰ ਫਿਰ ਸਭ ਦਾ ਮਨ ਚੇਂਜ ਹੋਇਆ। ਮੇਰੇ ਹਸਬੈਂਡ ਵੀ ਮੇਰੇ ਨਾਲ ਆਉਣ ਲੱਗੇ ਔਰ ਜੋ ਲੋਕ ਮੈਨੂੰ ਪਾਗਲ ਕਹਿੰਦੇ ਸੀ ਔਰ ਸੋਚਦੇ ਕਿ ਇਹ ਸ਼ਾਇਦ ਪਾਗਲ ਹੀ ਆ, ਔਰ ਉਹੀ ਕਹਿੰਦੇ ਨੇ ਕਿ ਅੱਜ ਤੂੰ ਬਹੁਤ ਵਧੀਆ ਵਾ, ਤੂੰ ਪ੍ਰਭੂ ਨੂੰ ਵੀ ਬਹੁਤ ਪਿਆਰ ਕਰਦੀ, ਸੱਚਮੁੱਚ ਪਰਮੇਸ਼ਰ ਨੇ ਤੈਨੂੰ ਬਦਲਿਆ ਹੈ। ਔਰ ਤੁਸੀਂ ਦੱਸ ਰਹੇ ਹੋ ਕਿ ਫਿਰ 29 ਨਵੰਬਰ ਮੰਗਲਵਾਰ ਦੇ ਦਿਨ ਜੋ ਬਿਆਸ ਦੇ ਵਿੱਚ ਕਰੂਸਡ ਸੀ, ਉਸ ਦਿਨ ਵੀ ਤੁਸੀਂ ਮੌਜੂਦ ਸੀ? ਹਾਂਜੀ, ਮੈਂ ਮੌਜੂਦ ਸੀ ਔਰ ਮੈਂ ਮਨ ਤੋਂ ਬਹੁਤ ਆਰਾਧਨਾ ਕੀਤੀ। ਔਰ ਸਿਸਟਰ ਤੁਸੀਂ ਦੱਸੋ ਕਿ ਕੀ ਪਰਮੇਸ਼ਰ ਦੇ ਦਾਸ ਦੇ ਦੁਆਰਾ ਉਸ ਦਿਨ ਬੋਲਿਆ ਗਿਆ ਔਰ ਤੁਸੀਂ ਮਨ ਤੋਂ ਰਿਸੀਵ ਕੀਤਾ ਉਹਨਾਂ ਵਰਡਸ ਨੂੰ? ਹਾਂਜੀ, ਪਾਪਾ ਜੀ ਨੇ ਬੋਲਿਆ ਕਿ ਜਦੋਂ ਤੁਸੀਂ ਘਰ ਜਾਓਗੇ ਤੁਸੀਂ ਫ੍ਰੀ ਹੋਵੋਗੇ, ਉਲਟੀਆਂ ਦੁਬਾਰਾ ਹੀਲ ਹੋਵੋਗੇ, ਤੁਹਾਨੂੰ ਉਲਟੀਆਂ ਲੱਗਣਗੀਆਂ ਘਰ ਜਾ ਕੇ। ਮੈਂ ਕੁਝ ਤੁਹਾਡੇ ਉਲਟੀਆਂ ਤਰ੍ਹਾਂ ਬਾਹਰ ਆਉਂਦਾ ਦੇਖ ਰਿਹਾ ਧਾਗੇ ਤਵੀਤ, ਔਰ ਇਹ ਸਾਰੇ ਨੇ ਸਨੈਪ ਖਿੱਚ ਕੇ ਗਵਾਹੀ ਦੇਣ ਆਉਣਾ, ਮਿਨਿਸਟਰੀ 'ਚ ਗਵਾਹੀ ਦੇਣ ਆਉਣਾ। ਜਿਹੜੇ ਹੀਲ ਹੋਏ ਉਹ ਗਵਾਹੀ ਦੇਣ ਜ਼ਰੂਰ ਆਉਣਾ, ਪਰਮਾਨੈਂਟ ਹੀਲ ਰਹਿਣਗੇ ਪ੍ਰਭੂ ਯਿਸੂ ਦੇ ਨਾਮ ਦੇ। ਔਰ ਤੁਸੀਂ ਦੱਸ ਰਹੇ ਹੋ ਕਿ ਫਿਰ 30 ਨਵੰਬਰ 2022 ਨੂੰ ਘਰ ਜਾ ਕੇ ਤੁਹਾਨੂੰ ਯੈਲੋ ਕਲਰ ਦੀਆਂ ਵੋਮਿਟਿੰਗਸ ਆਈਆਂ। ਹਾਂਜੀ। ਔਰ ਉਸ ਤੋਂ ਬਾਅਦ ਤੁਸੀਂ ਦੱਸ ਰਹੇ ਹੋ ਕਿ ਹੁਣ ਤੁਹਾਡੀ ਬਾਡੀ ਬਿਲਕੁਲ ਹੀਲ ਹੋ ਚੁੱਕੀ ਹੈ। ਹਾਂਜੀ, ਬਿਲਕੁਲ ਹੀਲ ਆ। ਸਿਸਟਰ ਤੁਸੀਂ ਦੱਸੋ ਕਿ ਹੁਣ ਤੁਹਾਡੀ ਲਾਈਫ ਕਿਸ ਤਰ੍ਹਾਂ ਦੀ ਹੋ ਚੁੱਕੀ ਹੈ? ਹੁਣ ਬਹੁਤ ਅੱਛੀ ਹੈ। ਮੈਂ ਕਹਿੰਦੀ ਕਿ ਦੁਨੀਆ ਦੀ ਐਸੀ ਕੋਈ ਦੌਲਤ ਨਹੀਂ ਹੈ ਜੈਸੀ ਕਿ ਮੈਨੂੰ ਪ੍ਰਭੂ ਯਿਸੂ ਮਸੀਹ ਨੇ ਦਿੱਤੀ ਆ। ਔਰ ਤੁਸੀਂ ਦੱਸ ਰਹੇ ਹੋ ਕਿ ਜੋ ਕੋਈ ਵੀ ਚੀਜ਼ ਤੁਹਾਨੂੰ ਡਿਲੀਵਰ ਨਹੀਂ ਕਰ ਸਕਦੀ, ਕੋਈ ਵੀ ਮੈਡੀਸਨ ਨੇ ਅਸਰ ਨਹੀਂ ਕੀਤਾ, ਕਿਸੇ ਵੀ ਚੀਜ਼ ਨੇ ਅਸਰ ਨਹੀਂ ਕੀਤਾ। ਜਿਵੇਂ ਤੁਸੀਂ ਪਰਮੇਸ਼ਰ ਨੂੰ ਜਾਣਿਆ ਤਾਂ ਪਰਮੇਸ਼ਰ ਨੇ ਤੁਹਾਨੂੰ ਇਸ ਡਿਪਰੈਸ਼ਨ ਤੋਂ ਆਜ਼ਾਦ ਕੀਤਾ। ਹਾਂਜੀ, ਬਿਲਕੁਲ। ਔਰ ਹੁਣ ਤੁਸੀਂ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਹੋ, ਬਹੁਤ ਜ਼ਿਆਦਾ। ਔਰ ਹੁਣ ਤੁਹਾਡੇ ਘਰ ਦੇ ਵਿੱਚ ਕੋਈ ਲੜਾਈ ਝਗੜਾ ਨਹੀਂ ਹੁੰਦਾ, ਬਿਲਕੁਲ ਕੋਈ ਦੁਸ਼ਟ ਆਤਮਾ ਦੇ ਅਟੈਕ ਨਹੀਂ ਹੁੰਦੇ, ਬਿਲਕੁਲ ਨਹੀਂ, ਕੋਈ ਤੁਹਾਨੂੰ ਮਰੇ ਪਰਸਨ ਦਿਖਾਈ ਨਹੀਂ ਦਿੰਦੇ। ਨਹੀਂ, ਬਿਲਕੁਲ। ਔਰ ਬਿਲਕੁਲ ਤੁਸੀਂ ਫ੍ਰੀ ਹੋ ਚੁੱਕੇ ਹੋ। ਹਾਂਜੀ, ਬਿਲਕੁਲ। ਔਰ ਪੂਰੀ ਤਰ੍ਹਾਂ ਖੁਸ਼ ਹੋ ਆਪਣੀ ਲਾਈਫ ਦੇ ਵਿੱਚ। ਬਹੁਤ ਖੁਸ਼। ਸਭ ਜ਼ੋਰ ਨਾਲ ਤਾਰੀਫ ਕਰਾਂਗੇ। ਅਗਰ ਤੁਹਾਨੂੰ ਇਹ ਗਵਾਹੀ ਸਮਝ ਲੱਗ ਚੁੱਕੀ ਹੈ ਤਾਂ ਜ਼ੋਰ ਨਾਲ ਤੁਹਾਡੀ ਤਾਰੀਫ ਛੋਟੀ ਨਹੀਂ ਹੋਣੀ ਚਾਹੀਦੀ। ਲਗਾਤਾਰ ਤਾਰੀਫ ਕਰਦੇ ਜਾਵਾਂਗੇ, ਆਪਣੇ ਹੱਥਾਂ ਨੂੰ ਉਠਾ ਕੇ ਯਹੋਵਾ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਦੇਵਾਂਗੇ। ਜੀਸਸ, ਹਾਲੇਲੂਇਆ।
सचमुच यहोवा परमेश्वर जीवता परमेश्वर और साडी लाइफ दे विच अद्भुत और अजीब और अचंभे काम करदा जो असीं सोच भी नहीं सकते, क्योंकि डिप्रैशन एक अजिही बीमारी है जो साडी जान नूं खत्म कर दिंदी है, क्योंकि ਉਹ ਚੀਜ਼ ਕਦੀ ਵੀ ਬਾਹਰ ਸ਼ੋ ਨਹੀਂ ਹੁੰਦੀ। ਪਰ ਉਹ ਸ਼ੈਤਾਨ ਜੋ ਸਾਡੀ ਲਾਈਫ ਦੇ ਵਿੱਚ ਅਟੈਕ ਕਰਦਾ ਹੈ ਡਿਪਰੈਸ਼ਨ ਦੇ ਰੂਪ ਵਿੱਚ, ਉਸ ਦਾ ਜਾਂ ਤਾਂ ਹੱਲ ਸਿਰਫ ਪ੍ਰਭੂ ਯਿਸੂ ਮਸੀਹ ਦੇ ਕੋਲ ਹੈ ਔਰ ਜਾਂ ਉਸ ਦਾ ਹੱਲ ਸਿਰਫ ਮੌਤ ਹੈ। क्योंकि इंसान यही सोचता है कि इस तो चंगा है कि मैं अपने आप को खत्म कर ला, क्योंकि दुनिया की कोई मेडिसिन डिप्रेशन को खत्म नहीं कर सकती। पर प्रभु यीशु मसीह जीवता परमेश्वर उसके जीवित और सामर्थी काम ने इस सिस्टर को फ्री किया, पूरी तरह उस डिप्रेशन तो बाहर निकालिया और इस सिस्टर फ्री हो चुके हैं। सब जोर नाल तारीफ करांगे, अपने हत्थों को उठा के थैंक्स कर दो इस गवाही दे लई। हालेलुया। परमेश्वर के दास के द्वारा दी जाने वाली टीचिंग्स को सुनने के लिए और अनाउंसमेंट्स अपडेट्स को जानने के लिए हमारे YouTube चैनल को सब्सक्राइब करें और साथ ही बेल आइकन को दबाएं, ताकि जब भी कोई नई अपडेट हो तो आप सबसे पहले जान सकें।